ਅੱਜ ਦੀ ਮੀਟਿੰਗ ਦਾ ਜਿਹੜਾ ਏਜੰਡਾ ਹੈਗਾ ਉਹ ਸ਼੍ਰੀਮਤੀ ਸੋਨੀਆ ਗਾਂਧੀ ਨੂੰ 21 ਤਰੀਕ ਨੂੰ ਜਿਹੜਾ ਈਡੀ ਵੱਲੋਂ ਬੁਲਾਇਆ ਜਾ ਰਿਹਾ ਉਹਦੇ ਤੇ ਚਰਚਾ ਕਰਨੀ ਹੈ ਕਿ ਕਿਸ ਪ੍ਰਕਾਰ ਉਹਦੀ ਲੜਾਈ ਲੜਨੀ ਹੈ क्योंकि समय समय ਦੀਆਂ ਸਰਕਾਰਾਂ और खास करके बीजेपी सरकार ईडी द्वारा और एजेंसीज ਦੇ ਦੁਆਰਾ ਲੋਕਤੰਤਰ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਤੇ ਉਸ ਤੇ ਕਿਸ ਪ੍ਰਕਾਰ ਦਾ ਸੰਘਰਸ਼ ਹੋਣਾ ਚਾਹੀਦਾ ਹੈ ਕਿਸ ਪ੍ਰਕਾਰ ਦੀ ਲੜਾਈ ਹੋਣੀ ਚਾਹੀਦੀ ਹੈ ਇੱਕ ਤਾਂ ਉਹ ਹੈਗਾ ਇੱਕ ਜਿਹੜੀ ਸਾਡੇ ਦੇਸ਼ ਦੀ 75ਵੀਂ ਜਿਹੜਾ ਆਜ਼ਾਦੀ ਦਾ ਜਿਹੜਾ ਹੈਗਾ ਦਿਵਸ ਹੈਗਾ ਉਹਨੂੰ ਅਸੀਂ ਕਿਵੇਂ ਮਨਾਉਣਾ ਹੈ ਇਹ ਸਾਡੇ ਕੋਲੇ ਹੈਗਾ ਕਿ ਅਸੀਂ ਲੋਕ 75 ਕਿਲੋਮੀਟਰ ਦੀ ਇੱਕ ਪੈਦਲ ਯਾਤਰਾ ਜਿਹੜੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਉਹ ਕਰਾਂਗੇ ਉਹਦੀ ਰੂਪਰੇਖਾ ਦੇ ਹੇਠ ਇਹਨਾਂ ਦੋਨਾਂ ਮੁੱਦਿਆਂ ਤੇ ਔਰ ਤੀਸਰਾ ਜਿਸ ਪ੍ਰਕਾਰ ਨਿਰੰਤਰ ਵੈਂਡੇਟਾ ਪੋਲਿਟਿਕਸ ਚੱਲ ਰਹੀ ਹੈ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੁਆਰਾ ਸਾਡੇ ਕੁਝ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹਨਾਂ तमाम ਤਿੰਨ ਮੁੱਦਿਆਂ ਤੇ ਅੱਜ ਦੀ ਮੀਟਿੰਗ 'ਚ ਮੈਨੂੰ ਲੱਗਦਾ ਚਰਚਾ ਰਹੇਗੀ। ਵੜਿੰਗ ਸਾਹਿਬ ਜਿਸ ਤਰੀਕੇ ਨਾਲ ਸਿਮਰਜੀਤ ਸਿੰਘ ਮਾਨ ਦਾ ਬਿਆਨ ਹੁੰਦਾ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਤੁਸੀਂ ਵੀ ਕੱਲ ਪ੍ਰੈਸ ਨੋਟ ਜਾਰੀ ਕਰਕੇ ਇੱਕ ਨਿੰਦਾ ਕੀਤੀ ਕਿਵੇਂ ਦੇਖਦੇ ਹੋ? ਹਾਂਜੀ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਕੋਈ ਹੱਕ ਨਹੀਂ ਹੈ ਕਿ ਭਗਤ ਸਿੰਘ ਜੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਔਰ 23 ਸਾਲਾਂ ਦੀ ਉਮਰ 'ਚ ਫਾਂਸੀ ਦਾ ਫੰਦਾ ਆਪਦੇ ਗਲੇ ਨੂੰ ਲਾਇਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਨਾ ਕੇਵਲ ਪੰਜਾਬ 'ਚ ਪੂਰੀ ਦੁਨੀਆ 'ਚ ਜਿਹੜੇ ਨੌਜਵਾਨ ਨੇ ਸਾਡੇ ਲੋਕ ਨੇ ਉਹਨਾਂ ਨੂੰ ਸਲਾਮ ਕਰਦੇ ਨੇ ਉਹਨਾਂ ਦੇ ਜਜ਼ਬੇ ਨੂੰ ਉਹਨਾਂ ਦੇ ਜਜ਼ਬਾਤਾਂ ਨੂੰ ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਟਿੱਪਣੀ ਜੋ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਭਗਤ ਸਿੰਘ ਜੀ ਦੇ ਬਾਰੇ ਕੀਤੀ ਹੈ ਇਹ ਬਹੁਤ ਨਿੰਦਾਯੋਗ ਹੈ। ਮੈਂ ਤਾਂ ਇਹ ਵੀ ਕਹਾਂਗਾ ਸਿਮਰਜੀਤ ਸਿੰਘ ਮਾਨ ਸਾਹਿਬ ਅਗਰ ਆਪਦੀ ਇਸ ਟਿੱਪਣੀ ਤੇ ਖੇਦ ਜਤਾਉਣਗੇ ਮਾਫੀ ਮੰਗਣਗੇ ਜਾਂ ਆਪਦੇ ਸ਼ਬਦਾਂ ਨੂੰ ਵਾਪਸ ਲੈਣਗੇ ਤਾਂ ਇਹਦੇ ਵਿੱਚ ਵੀ ਉਹਨਾਂ ਦਾ ਵੱਡਾਪਣ ਹੋਏਗਾ ਲੋਕ ਕਹਿਣਗੇ ਕਿ ਚਲੋ ਸ਼ਾਮ ਦਾ ਭੁੱਲਿਆ ਅਗਰ ਸਵੇਰੇ ਘਰੇ ਆ ਗਿਆ ਨਹੀਂ ਤਾਂ ਇਸ ਗੱਲ ਨੂੰ ਕਾਰੀ ਜਿਹੜੀਆਂ ਮਗਰਲੀਆਂ ਸਰਕਾਰਾਂ 'ਚ ਅੰਦੋਲਨ ਕਰਦੇ ਰਹੇ ਇਹਨਾਂ ਨੂੰ ਬੜਾ ਲਾਰੇ ਲਾਏ ਗਏ ਔਰ ਇਹਨਾਂ ਨੂੰ ਕਿਸੇ ਨੂੰ ਕਿਹਾ ਗਿਆ ਕਿ ਮੈਂ ਤੁਹਾਡਾ ਭਰਾ ਹਾਂ ਤੁਸੀਂ ਆਪ नीचे आ जाओ मैं तुरंत आपको नौकरी दूंगा लोगों ਨੂੰ ਇੱਕ ਉਮੀਦ ਜਗਾਏਗੀ ਹਾਲਾਂਕਿ ਚਾਹੀਦਾ ਇਹ ਸੀ ਕਿ ਸੱਚ ਕਹਿਣਾ ਚਾਹੀਦਾ ਸੀ ਅੱਜ ਉਹੀ ਈਟੀਟੀ ਟੀਚਰ ਉਹੀ ਪੁਲਿਸ ਦੇ ਕਰਮਚਾਰੀ ਉਹੀ ਵਿਚਾਰੇ ਕੱਚੇ ਮੁਲਾਜ਼ਮ ਅੱਜ ਸੜਕਾਂ ਤੇ ਭਟਕਦੇ ਫਿਰ ਰਹੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹਨਾਂ ਨਾਲ ਫੇਰ ਇੱਕ ਵਾਰੀ ਬਹੁਤ ਵੱਡਾ ਧੋਖਾ ਜਿਹੜਾ ਸਰਕਾਰ ਨੇ ਕੀਤਾ ਹੈ ਔਰ ਇਸੇ ਮੇਰੇ ਖਿਆਲ ਵਿੱਚ ਉਹ ਦਿੱਲੀ ਗਏ ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਨੂੰ ਉਹਨਾਂ ਨੂੰ ਐਟਲੀਸਟ ਮਿਲਣਾ ਜ਼ਰੂਰ ਚਾਹੀਦਾ ਔਰ ਉਹਨਾਂ ਨੂੰ ਕੋਈ ਵਿਸ਼ਵਾਸ ਜਤਾਉਣਾ ਦੇਣਾ ਚਾਹੀਦਾ ਕਿ ਭਾਈ 6 ਮਹੀਨੇ ਜਾਂ 4 ਮਹੀਨੇ ਜਾਂ 2 ਮਹੀਨੇ ਕਿਉਂਕਿ ਸਰਕਾਰ ਦਾ ਨੁਮਾਇੰਦਾ ਅੱਜ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਰਿਹਾ ਕਿਤੇ ਉਹਨਾਂ ਨੂੰ ਬੈਰੀਕੇਡਿੰਗ ਲਾ ਕੇ ਰੋਕ ਲਿਆ ਜਾਂਦਾ ਕਿਤੇ ਪੁਲਿਸ ਨੂੰ ਫੜਾ ਦਿੱਤਾ ਜਾਂਦਾ ਕਈ ਲੋਕ ਵਿਚਾਰੇ ਕਿਤੇ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਖੁਦ ਕਿਹਾ ਸੀ ਕਿ ਟੀਚਰਾਂ ਦੀ ਕੁੱਟਮਾਰ ਦੀ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਕੰਮ ਦੀ ਮੈਂ ਨਿੰਦਾ ਕਰਦਾ ਸੋ ਮੈਨੂੰ ਲੱਗਦਾ ਕਿ ਉਹਨਾਂ ਅਧਿਆਪਕ ਸਾਹਿਬਾਨਾਂ ਨੂੰ ਸਾਥੋਂ ਵੀ ਗਲਤੀਆਂ ਹੋਈਆਂ ਉਹਨਾਂ ਅਧਿਆਪਕ ਸਾਹਿਬਾਨਾਂ ਨੂੰ ਬਾਟ ਕੇ ਮਿਲਣ ਦੇ ਨਾਲ ਮਸਲੇ ਹੱਲ ਹੋ ਜਾਣਗੇ ਮੈਂ ਵੀ ਇਹ ਵੀ ਸਮਝਦਾ ਕਿ ਸਰਕਾਰਾਂ ਦੀਆਂ ਬਹੁਤ ਦਿੱਕਤਾਂ ਹੁੰਦੀਆਂ ਲੇਕਿਨ ਉਹਨਾਂ ਨੂੰ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਤਾਂ ਦੱਸਿਆ ਜਾ ਸਕਦਾ ਭਾਈ ਵੀ 6 ਮਹੀਨਿਆਂ ਨੂੰ ਜਾਂ 4 ਮਹੀਨਿਆਂ ਨੂੰ ਅਸੀਂ ਤੁਹਾਡਾ ਮਸਲਾ ਸੁਲਝਾ ਰਹੇ ਹਾਂ ਕਿਉਂਕਿ ਇਹਨਾਂ ਨੇ ਕਿਹਾ ਸੀ ਅਸੀਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਿਆਂਗੇ ਥੋੜੀਆਂ ਤਨਖਾਹਾਂ ਦੇ ਵਿੱਚ ਵਾਧਾ ਕਰਾਂਗੇ ਲੇਕਿਨ ਹਜੇ ਤੱਕ ਉਹਦੇ ਤੇ ਕਿਸੇ ਪ੍ਰਕਾਰ ਦੀ ਕੋਈ ਗੌਰ ਨਹੀਂ ਫਰਮਾਈ ਗਈ। ਮੰਥਨ ਤਾਂ ਯਾਰ ਆਪਸ ਵਿੱਚ ਜਦੋਂ ਅਸੀਂ ਆਪੋਜੀਸ਼ਨ 'ਚ ਹੁੰਦੇ ਹਾਂ ਤਾਂ ਉਹ ਲਗਾਤਾਰ ਕੋਈ ਸਪੈਸ਼ਲ ਮੀਟਿੰਗ 'ਚ ਮੰਥਨ ਨਹੀਂ ਕਰਨਾ ਹੁੰਦਾ ਮੰਥਨ ਕਰਦੇ ਰਹਿੰਦੇ ਤਮਾਮ ਆਦੀਆਂ ਜਿਹੜੀਆਂ ਗਲਤੀਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਰਹਿੰਦੇ ਉਹ ਕੀ ਸੰਗਠਨ ਦੀਆਂ ਕਮੀਆਂ ਰਹੀਆਂ ਉਹਨਾਂ ਦੇ ਵਿੱਚ ਕਿਵੇਂ ਅੱਗੇ ਅਸੀਂ ਉਹਨੂੰ ਸੁਧਾਰੀਏ ਉਹ ਤਾਂ ਹਮੇਸ਼ਾ ਪਾਰਟੀ ਦਾ ਹੁਣ 5 ਸਾਲ ਮੰਥਨ ਹੀ ਚੱਲਦਾ ਰਹੇਗਾ ਇਸ 'ਚ ਤਾਂ ਕੁਝ ਅਮਨ ਅਰੋੜਾ ਨੇ ਇਹ ਗੱਲ ਮੰਨੀ ਹੈ ਕਿ ਸੰਗਰੂਰ ਇਲੈਕਸ਼ਨ ਦੀ ਹਾਰ ਦਾ ਇੱਕ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਵੀ ਚਲੋ ਸ਼ੁਕਰ ਹੈ ਅਗਰ ਉਹਨਾਂ ਨੇ ਮੰਨੀ ਹੈ ਪਰ ਮੈਨੂੰ ਲੱਗਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਗੰਭੀਰ ਹੁੰਦੀ ਜਾ ਰਹੀ ਹੈ ਸ਼ਰੇਆਮ ਲੋਕ ਟੀਵੀਆਂ ਚੈਨਲਸ ਤੇ ਆ ਕੇ
ਆਪਦਾ ਕੋਈ ਡਰ ਹੀ ਨਹੀਂ ਰਿਹਾ ਯਾਰ ਕਿਸੇ ਪ੍ਰਕਾਰ ਦਾ। ਔਰ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਲੱਗਦਾ ਹੈ ਕਿ ਪੈਰਲਲ ਸਰਕਾਰ ਚੱਲ ਰਹੀ ਹੈ ਗੈਂਗਸਟਰਾਂ ਦੀ। ਸੋ ਜ਼ਰੂਰ ਸਰਕਾਰ ਨੂੰ ਇਸ ਤੇ ਤਵੱਜੋ ਦੇਣੀ ਚਾਹੀਦੀ ਹੈ। ਨਾ ਸਿੱਧੂ ਮੂਸੇਵਾਲਾ ਸਾਹਿਬ ਦੇ ਜਾਣ ਤੋਂ ਬਾਅਦ ਜਾਂ ਪਹਿਲਾਂ ਇੱਕ ਲੋਕਾਂ ਦੇ ਮਨ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਇੱਕ ਸਹਿਮ ਜਿਹੜਾ ਬਣ ਗਿਆ ਹੈ ਕਿ ਸਾਡੀ ਸੁਰੱਖਿਆ ਕੀ ਹੈ। ਤੁਸੀਂ ਵੇਖਿਆ ਹੋਣਾ ਕਿ ਖੁਦ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਤੇ तमाम MLA ਮੰਤਰੀ ਸਾਹਿਬਾਨਾਂ ਨੂੰ ਉਹਨਾਂ ਨੇ ਆਪਦੀਆਂ ਰਿਪੋਰਟਸ ਵੀ ਦਰਜ ਕਰਾਈਆਂ ਕਿ ਉਹਨਾਂ ਨੂੰ ਥ੍ਰੈਟਸ ਆ ਰਹੇ ਤੇ ਜੇ ਏਡੇ ਏਡੇ ਵੱਡੇ ਲੋਕਾਂ ਨੂੰ ਜਿਹੜੇ ਸਿਸਟਮ ਨੂੰ ਸੰਭਾਲਦੇ ਉਹਨਾਂ ਨੂੰ ਥ੍ਰੈਟਸ ਆ ਰਹੇ ਤੇ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਏਗਾ। ਮੈਨੂੰ ਤਾਂ ਇਹ ਪੱਕਾ ਯਕੀਨ ਹੈ ਕਿ ਬੜੇ ਲੋਕ ਵਿਚਾਰੇ ਜਿਹੜੇ ਇੰਡਸਟਰੀਲਿਸਟ ਹੈਗੇ ਨੇ, ਕਾਰੋਬਾਰੀ ਨੇ, ਡਾਕਟਰਸ ਨੇ, ਉਹਨਾਂ ਨੂੰ ਥ੍ਰੈਟਸ ਆਉਂਦੇ ਨੇ, ਉਹ ਚੁੱਪ ਚੁਪੀਤੇ ਉਹਨਾਂ ਨੂੰ ਪੈਸੇ ਦੇ ਦਿੰਦੇ ਤੇ ਆਪਦਾ ਕੰਮ ਚਲਾਉਂਦੇ ਨੇ। ਇਹ ਬੜਾ ਗੰਭੀਰ ਨਾਲ ਵਿਚਾਰਨ ਵਾਲਾ ਮੁੱਦਾ। ਐਨਡੀਏ ਦੇ ਉਮੀਦਵਾਰ ਨੂੰ ਅਸੀਂ ਸਪੋਰਟ ਕਰਾਂਗੇ, ਕਈ ਮਸਲੇ ਰੱਖਾਂਗੇ, ਪਾਣੀਆਂ ਦੇ ਮਸਲੇ ਰੱਖਾਂਗੇ, ਹੋਰ ਵੀ ਮਸਲੇ ਸਾਹਮਣੇ ਰੱਖਾਂਗੇ। ਅਗਰ ਉਹ ਕਲੀਅਰ ਹੁੰਦਾ ਤਾਂ ਅਸੀਂ ਐਨਡੀਏ ਦੇ ਜਿਹੜਾ ਉਮੀਦਵਾਰ ਹੈ ਉਹਨੂੰ ਵੋਟ ਦੇਵਾਂਗੇ। ਸੋ ਮੈਨੂੰ ਲੱਗਦਾ ਇਹ ਤਾਂ ਹਮੇਸ਼ਾ ਅਸੀਂ ਕਹਿੰਦੇ ਆ ਰਹੇ ਹਾਂ, ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਬੀਜੇਪੀ ਦੀ ਬੀ ਥੀਮ ਹੈ। ਪਹਿਲਾਂ ਨਹੀਂ ਲੱਗਦਾ ਸੀ, ਲੇਕਿਨ ਜਿਸ ਤਰ੍ਹਾਂ ਦੇ ਫੈਸਲੇ ਆ ਰਹੇ ਨੇ, ਮਮਤਾ ਬੈਨਰਜੀ ਦਾ ਸਦਨਾ ਮੀਟਿੰਗ 'ਚ ਕੇਜਰੀਵਾਲ ਸਾਹਿਬ ਨੂੰ ਔਰ ਕੇਜਰੀਵਾਲ ਸਾਹਿਬ ਦਾ ਨਾਂ ਕਰ ਦੇਣਾ ਇਸ ਰਾਸ਼ਟਰਪਤੀ ਦੀ ਜਿਹੜੀ ਵੋਟ ਤੇ, ਔਰ ਅੱਜ ਇਹ ਗੱਲ ਕਹਿ ਦੇਣਾ ਕਿ ਅਸੀਂ ਐਨਡੀਏ ਦੀ ਸਪੋਰਟ ਕਰ ਸਕਦੇ ਹਾਂ, ਇਹ ਉਸ ਤਰ੍ਹਾਂ ਦੀ ਭੂਮਿਕਾ ਬਣ ਰਹੇ ਨੇ। ਔਰ ਇਹ ਜਨਤਾ ਨੂੰ ਹੌਲੀ ਹੌਲੀ ਪਤਾ ਲੱਗ ਜਾਏਗਾ ਇਹ ਬੀਜੇਪੀ ਦੀ ਮੁਕੰਮਲ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ। ਔਰ ਜਿਵੇਂ ਬੀਜੇਪੀ ਔਰ ਆਰਐਸਐਸ ਕਹਿੰਦੀ ਹੈ ਉਸ ਮੁਤਾਬਕ ਇਹ ਚੱਲਦੇ ਨੇ। ਸੰਗਰੂਰ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਧਰਨਾ ਦਿੱਤਾ ਹੋਇਆ ਸੀ ਮੁੱਖ ਮੰਤਰੀ ਦੇ ਘਰ ਦੇ ਬਾਹਰ। ਹਾਂ, ਮੈਂ ਸਮਝਦਾ ਕਿ ਜੀ ਪਰਮਾਤਮਾ, ਮੈਂ ਉਹਨਾਂ ਨੂੰ ਪਹਿਲਾਂ ਤਾਂ ਬੇਨਤੀ ਕਰਾਂਗਾ ਕਿਰਪਾ ਕਰਕੇ ਤੁਹਾਡੀ ਜੀਵਨ ਲੀਲਾ ਖਤਮ ਕਰਨ ਦੇ ਨਾਲ ਕਿਸੇ ਨੂੰ ਕਿਸੇ ਦੀ ਕੰਨ ਤੇ ਕੋਈ ਜੂੰ ਨਹੀਂ ਸਰਕਣੀ। ਤੁਹਾਡੇ ਪਰਿਵਾਰ, ਤੁਹਾਡੀਆਂ ਮਾਵਾਂ ਨੇ, ਤੁਹਾਡੇ ਪਰਿਵਾਰ ਵਾਲਿਆਂ ਨੇ ਮਸਾਂ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ, ਵੱਡਾ ਕੀਤਾ, ਜਨਮ ਦਿੱਤਾ। ਸੋ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਜੇ ਜਾਨ ਹੈ ਤਾਂ ਜਹਾਨ ਹੈ, ਲੜਾਈ ਲੜਨੀ ਚਾਹੀਦੀ ਹੈ। ਅਸੀਂ ਤੁਹਾਡੇ ਨਾਲ ਹੈ ਐਂਡ ਤੁਹਾਨੂੰ ਡਟ ਕੇ ਲੜਾਈ ਲੜਨੀ ਚਾਹੀਦੀ ਹੈ। ਆਪਾਂ ਜਿੰਨਾ ਚਿਰ ਸਰੀਰ 'ਚ ਜਾਨ ਹੈ ਉਹਨਾਂ ਚਿਰ ਅਸੀਂ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕਣਾ, ਕਿਉਂਕਿ ਇਹਦੇ ਨਾਲ ਤੁਹਾਡੇ ਪਰਿਵਾਰ ਦਾ ਹੋਰ ਨੁਕਸਾਨ ਹੋ ਜਾਏਗਾ, ਮਸਲੇ ਹੱਲ ਨਹੀਂ ਹੋਣਗੇ, ਹੋਰ ਗੰਭੀਰ ਹੋ ਜਾਣਗੇ। ਤੇ ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ, ਯਾਰ ਜਰਾ ਗੌਰ ਫਰਮਾਓ ਕਿਰਪਾ ਕਰਕੇ। ਕਿਸੇ ਨੌਜਵਾਨ ਦਾ ਦਿਲ ਨਹੀਂ ਕਰਦਾ ਜ਼ਹਿਰ ਖਾਣ ਨੂੰ, ਪਤਾ ਨਹੀਂ ਉਹਦੇ ਘਰੇ ਕਿਹੜੀ ਮਜਬੂਰੀ ਆ। ਉਹਨਾਂ ਨੂੰ ਜਾ ਕੇ ਮਿਲੋ, ਉਹਨਾਂ ਨਾਲ ਬੈਠੋ, ਉਹਨਾਂ ਦੀ ਕਮ ਸੇ ਕਮ ਉਹਨਾਂ ਦੇ ਜ਼ਖਮਾਂ ਤੇ ਮੱਲਮ ਲਾਓ। ਇਹ ਨਾ ਕਹੋ ਕਿ ਬਾਹਰ 'ਚ ਬੈਠੇ 2 ਮਹੀਨਿਆਂ ਦੇ ਤੇ ਉਹਨਾਂ ਦਾ ਨਿਰਾਦਰ ਨਿਰੰਤਰ ਕਰਦੇ ਰਹੀਏ ਤੇ ਡਿਮੋਰਲਾਈਜ਼ ਕਰੀਏ ਉਹਨਾਂ ਨੂੰ। ਉਹਨਾਂ ਨਾਲ ਬੈਠੋ, ਡਾਕਟਰਸ ਨੂੰ ਬਿਠਾਓ, ਉਹਨਾਂ ਦੀ ਕਾਉਂਸਲਿੰਗ ਕਰੋ, ਉਹਨਾਂ ਨੂੰ ਤੁਹਾਡਾ ਕੋਈ ਮੰਤਰੀ ਜਾ ਕੇ ਬੈਠ ਕੇ ਉਹਨਾਂ ਨਾਲ ਗੱਲ ਕਰੇ। ਔਰ ਮੁੱਖ ਮੰਤਰੀ ਸਾਹਿਬ ਵੀ ਖੁਦ ਟਾਈਮ ਦੇ ਦੇਣ ਤਾਂ ਕੋਈ ਇਹਦੇ 'ਚ ਮਾੜੀ ਗੱਲ ਨਹੀਂ ਹੈ। ਔਰ ਕਿਉਂਕਿ ਗੱਲਬਾਤ ਨਾਲ ਮਸਲੇ ਹੱਲ ਹੋ ਜਾਣੇ। ਉਹ ਚਲੋ ਜੀ, ਉਹਨਾਂ ਦੀ ਮਰਜ਼ੀ। ਜੇ ਰਾਜਾ ਵੜਿੰਗ ਨਹੀਂ ਮਨਜ਼ੂਰ ਸੀ, ਬਥੇਰੇ ਪ੍ਰਧਾਨ ਬਣਦੇ ਹੁੰਦੇ ਆ ਕਿਸੇ ਨੂੰ। ਮੈਂ ਕੋਈ ਕਿਸੇ ਤੇ ਕੱਲਾ ਬੰਦਾ ਆ ਕੇ ਕੋਈ ਰੋਬ ਤਾਂ ਮਾਰ ਨਹੀਂ ਰਿਹਾ। ਮੈਂ ਤਾਂ ਹਰੇਕ ਬੰਦੇ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਕਿਉਂ ਨਹੀਂ ਮਨਜ਼ੂਰ ਸੀ? ਰਾਜਾ ਵੜਿੰਗ ਇੱਕ ਨਹੀਂ ਤਜਰਬਾ। ਰਾਜਾ ਵੜਿੰਗ ਹੁਣ ਤੀਜਾ ਚੁਣਾਵ ਹਨੇਰੀ 'ਚ ਜਿੱਤਿਆ, ਕੈਬਨਿਟ ਮੰਤਰੀ 5 ਸਾਲ ਰਹਿ ਕੇ। ਬਲਬੀਰ ਸਿੰਘ ਸਿੱਧੂ 44,000 ਵੋਟਾਂ ਦੇ ਫਰਕ ਨਾਲ ਉੱਡ ਗਏ ਨੇ। ਮੈਂ ਤਾਂ ਬਲਬੀਰ ਸਿੰਘ ਸਿੱਧੂ ਅਗਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੁੰਦਾ ਤਾਂ ਮੈਨੂੰ ਤਾਂ ਉਹ ਵੀ ਮਨਜ਼ੂਰ ਸੀ। ਲੇਕਿਨ ਜਿਹੜਾ ਵਿਅਕਤੀ ਇਹ ਕਵੇ, ਮੇਰੀ ਜ਼ਿੰਦਗੀ, ਮੇਰੀ ਉਮਰ 43 ਸਾਲ ਦੀ ਹੈ, ਮੈਂ 3 ਵਾਰੀ ਬਲਬੀਰ ਸਿੰਘ ਸਿੱਧੂ MLA ਬਣ ਚੁੱਕੇ, 3 ਵਾਰੀ ਮੈਂ MLA ਬਣ ਚੁੱਕੇ। ਤਜਰਬੇ ਦੀ ਗੱਲ, ਉਹ ਤਾਂ ਪਹਿਲਾਂ ਇੰਡੀਪੈਂਡੈਂਟ ਚੁਣਾਵ ਲੜੇ। ਰਾਜਾ ਵੜਿੰਗ ਤਾਂ ਪਹਿਲੇ ਦਿਨੋਂ ਕਾਂਗਰਸ ਪਾਰਟੀ ਦੇ ਝੰਡੇ ਦੇ ਥੱਲੇ ਚੁਣਾਵ ਲੜਿਆ ਔਰ ਕਾਂਗਰਸ ਪਾਰਟੀ ਜ਼ਿੰਦਾਬਾਦ ਦਾ ਨਾਰਾ ਹਮੇਸ਼ਾ ਲਾਉਂਦਾ ਰਿਹਾ। ਮੈਂ ਕਦੇ ਨਹੀਂ ਬਗਾਵਤ ਕੀਤੀ, ਮੈਨੂੰ ਪੌਣੇ 5 ਸਾਲ ਬਣਾਇਆ ਨਹੀਂ ਗਿਆ। ਮੈਂ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ, ਲੇਕਿਨ ਮੈਂ ਆਪਦੇ ਸਮੇਂ ਦਾ ਇੰਤਜ਼ਾਰ ਕੀਤਾ। ਮੈਨੂੰ 3 ਮਹੀਨੇ ਹੀ ਮੌਕਾ ਦਿੱਤਾ, ਉਹਨਾਂ ਨੂੰ ਪੌਣੇ 5 ਸਾਲ ਮੌਕਾ ਦਿੱਤਾ। ਗ੍ਰੈਜੂਏਟਸ ਹੋਰ ਸਨ, ਗੱਲ ਹੋਰ ਸੀ, ਕਹਾਣੀਆਂ ਹੋਰ ਹੈ, ਜਨਤਾ ਜਾਣਦੀ ਹੈ। ਤਜਰਬਾ ਐਸਾ ਕਿਹੜਾ ਜਿਹੜਾ ਸਿੱਧੂ ਸਾਹਿਬ ਕੋਲੇ ਤਜਰਬਾ ਹੈ ਜਿਹੜਾ ਮੇਰੇ ਕੋਲੇ ਹੈ ਨਹੀਂ ਹੈ। ਮੇਰੇ ਤੋਂ ਕੋਈ ਨਾਰਾਜ਼ ਨਹੀਂ ਹੈ। ਮੈਨੂੰ ਕੋਈ ਦੱਸ ਦੇ, ਪਹਿਲਾਂ ਦੱਸ ਦੇ। ਜਦੋਂ ਸ਼ਾਮਿਲ ਹੋ ਜਾਂਦੇ ਆ ਫਿਰ ਉਹਨਾਂ ਕੋਲ ਕੋਈ ਹੋਰ ਬਹਾਨਾ ਨਹੀਂ ਹੁੰਦਾ। ਤੁਸੀਂ ਪੁੱਛਦੇ ਹੋ ਕਿ ਕਿਸੇ ਡਰ ਮਾਰੇ ਗਏ ਹੋ, ਫਿਰ ਉਹ ਕਹਿੰਦੇ ਰਾਜਾ ਵੜਿੰਗ ਦੇ ਤਜਰਬੇ ਤੋਂ। ਮੈਂ ਤਾਂ ਹਰੇਕ ਦਾ ਸਤਿਕਾਰ ਕਰਦਾ। ਤੇ ਐਸਾ ਕਿਹੜਾ ਤਜਰਬਾ ਬਲਬੀਰ ਸਿੰਘ ਸਿੱਧੂ ਕੋਲੇ ਜਿਹੜਾ ਰਾਜੇ ਵੜਿੰਗ ਕੋਲੇ ਨਹੀਂ? ਐਸਾ ਕਿਹੜਾ ਫਾਰਮੂਲਾ ਹੈ?
ਸਾਰਾ ਐਡਾ ਵੱਡਾ ਪਰਿਵਾਰ, ਪਰ ਫਾਰਮੂਲਾ ਇਹ ਹੈ ਕਿ ਰਾਜੇ ਵੜਿੰਗ ਨੇ ਆਪਦੇ ਪਰਿਵਾਰ ਨੂੰ ਵੱਡਾ ਨਹੀਂ ਕੀਤਾ, ਰਾਜੇ ਵੜਿੰਗ ਨੇ ਆਪਦੇ ਭਰਾ ਨੂੰ ਮੇਅਰ ਨਹੀਂ ਬਣਾਇਆ, ਰਾਜੇ ਵੜਿੰਗ ਨੇ ਆਪਦੇ ਭਰਾ ਨੂੰ ਮੁੰਡੇ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਨਹੀਂ ਬਣਾਇਆ, ਰਾਜੇ ਵੜਿੰਗ ਨੇ ਆਪਦੇ ਪੀਏ ਨੂੰ ਚੇਅਰਮੈਨ ਨਹੀਂ ਬਣਾਇਆ, ਰਾਜੇ ਵੜਿੰਗ ਨੇ 6 ਚੇਅਰਮੈਨ ਬਣਾਏ ਲੇਕਿਨ ਆਮ ਲੋਕ ਬਣਾਏ। ਸੋ ਇਸੇ ਕਰਕੇ ਉਸ ਹਨੇਰੀ ਦੇ ਵਿੱਚ ਜਿੱਤ ਕੇ ਆਏ ਆ। ਸੋ ਮੇਰਾ ਕਿਸੇ ਨਾਲ, ਮੇਰਾ ਸਿੱਧੂ ਸਾਹਿਬ ਨਾਲ ਵੀ ਕੋਈ ਦਿੱਕਤ ਨਹੀਂ, ਪਰ ਇਹੋ ਜਿਹੀਆਂ ਗੱਲਾਂ 60-65 ਸਾਲ ਦਾ ਬੰਦਾ ਇਹੋ ਜਿਹੀ ਝੂਠ ਬੋਲੇ ਜਿਨ੍ਹਾਂ ਦੀ ਚਿੱਟੀ ਦਾੜੀ ਹੋਵੇ ਤੇ ਉਹ ਚੰਗੀ ਨਹੀਂ ਲੱਗਦੀ। ਉਹ ਸੱਚੀ ਗੱਲ ਕਵੇ ਕਿ ਯਾਰ ਮੈਂ ਸੋਚਿਆ ਕਿ ਐਵੇਂ ਕੋਈ ਹੋਰ ਬਲਾ ਮੇਰੇ ਗੱਲ ਨਾ ਪੈ ਜੇ ਤਾਂ ਮੈਂ ਛੱਡ ਕੇ ਬੀਜੇਪੀ 'ਚ ਜਾ ਵੜਾਂ, ਇਹ ਗੱਲ ਕਰਨ। ਮੱਤੇਵਾੜਾ ਜੱਗਲ ਨੂੰ ਲੈ ਕੇ ਵੀ ਸਰਕਾਰ ਦਾ ਯੂ ਟਰਨ ਸਾਹਮਣੇ ਆਏਗਾ, ਧਰਨਾ ਦਿੱਤਾ, ਉਸ ਤੋਂ ਬਾਅਦ ਫੈਸਲਾ ਵਾਪਸ। ਚਲੋ ਚੰਗਾ, ਦੇਰ ਆਏ ਦੁਰਸਤ ਆਏ, ਲੇਕਿਨ ਮੈਂ ਸਮਝਦਾ ਕਿ ਸਰਕਾਰ ਨੇ ਬੜੀ ਸਮਾਰਟਲੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰੱਖਿਆ ਕਿ ਅਸੀਂ ਇੱਕ ਇੰਡਸਟਰੀਅਲ ਪਾਰਕ ਬਣਾਉਣ ਜਾ ਰਹੇ ਹਾਂ ਕੁੰਭ ਕਲਾਂ। ਸੋ 10 ਦਿਨ ਪਹਿਲਾਂ ਇਹ ਗੱਲ ਕੀਤੀ, ਫਿਰ ਉਹਨਾਂ ਨੇ ਦੇਖਿਆ ਕਿ ਇਹ ਉਹੀ ਜੰਗਲ ਹੈ ਜਿਹਦੇ ਤੇ ਮਾਨ ਸਾਹਿਬ ਧਰਨਾ ਦਿੰਦੇ ਰਹੇ ਹੈ ਤੇ ਬਹਿ ਜਾਂਦੇ ਸੀ ਸੰਸਦ ਦੇ ਜਾਂ ਕਿੱਥੇ ਵੀ ਉਹ ਲਾ ਕੇ ਕਿ ਇਹਦਾ ਅਸੀਂ ਵਿਰੋਧ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਲੋਕਾਂ ਦਾ, ਜਨਤਾ ਦਾ ਵਿਰੋਧ ਦੇਖਿਆ ਹੋਏਗਾ ਔਰ ਚੰਗਾ ਫੈਸਲਾ ਚਲੋ ਯੂ ਟਰਨ ਲਿਆ। ਮੈਂ ਸਮਝਦਾ ਕਿ ਜੇ ਚੰਗੇ ਕਦਮ ਵਾਸਤੇ ਯੂ ਟਰਨ ਵੀ ਲੈ ਲਿਆ ਜਾਵੇ ਤਾਂ ਚੰਗੀ ਗੱਲ। ਵੈਸੇ ਇੱਕ ਕਦਮ ਤੇ ਥੋੜੀ ਯੂ ਟਰਨ ਲਿਆ, ਹਰ ਤੀਜੇ ਦਿਨ ਤਾਂ ਯੂ ਟਰਨ ਹੁੰਦਾ ਹੈ, ਇਹ ਕਿਹੜਾ ਕੋਈ ਪਹਿਲਾ ਯੂ ਟਰਨ ਹੈ। ਸੋ ਮੈਂ ਇਸ ਗੱਲ ਨੂੰ ਵੀ ਚੰਗਾ ਸਮਝਦਾ ਕਿ ਮੁੜ ਗੱਲ ਸੁਣ ਕੇ ਵੀ ਯੂ ਟਰਨ ਲੈ ਤਾਂ ਲਿਆ, ਪਰ ਇਹ ਲੋਕਾਂ ਵਾਸਤੇ ਬਹੁਤ ਚੰਗਾ ਫੈਸਲਾ ਹੋਇਆ ਹੈ। ਪੰਜਾਬ ਦੀ ਜਨਤਾ ਵਾਸਤੇ ਆਉਣ ਵਾਲੇ ਸਮੇਂ 'ਚ ਇਹਦਾ ਕਈ ਆਉਣ ਵਾਲੀਆਂ ਸਦੀਆਂ ਪੀੜ੍ਹੀਆਂ ਨੂੰ ਪਤਾ ਲੱਗੇਗਾ ਕਿ ਇਹ ਬਹੁਤ ਚੰਗਾ ਫੈਸਲਾ। ਸੋ ਅਸੀਂ ਤਾਂ ਯੂਨੀਵਰਸਿਟੀ ਦਾ ਮਸਲਾ ਪਹਿਲਾਂ ਵੀ ਵਿਧਾਨ ਸਭਾ 'ਚ ਰੱਖਿਆ ਸੀ, ਪਰ ਮੈਂ ਉਸ ਦਿਨ ਵੀ ਆਪਦੀ ਗੱਲ ਕਹਿੰਦਾ ਰਹਿ ਗਿਆ। ਹਰ ਪਾਰਟੀ ਉੱਥੇ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਗਿਆ ਕਿ ਬਈ ਅਸੀਂ ਸਾਰੇ ਇਹਦੇ ਖਿਲਾਫ ਹੈ। ਬੀਜੇਪੀ ਦੇ ਕੁਝ ਲੋਕਾਂ ਨੇ ਖੜੇ ਹੋ ਕੇ ਕਿਹਾ ਕਿ ਨਹੀਂ ਬਈ ਅਸੀਂ ਰੈਜ਼ੋਲੂਸ਼ਨ ਦਾ ਹਿੱਸਾ ਨਹੀਂ ਹਾਂ। ਸੋ ਮੈਂ ਇਹ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਕਿਰਪਾ ਕਰਕੇ ਕਿ ਰੈਜ਼ੋਲੂਸ਼ਨ ਕੇਵਲ ਪਾਉਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਤੁਸੀਂ ਦੇਖਿਆ ਹੋਣਾ ਅਸੀਂ ਕਿਸਾਨੀ ਵਾਸਤੇ ਵੀ ਰੈਜ਼ੋਲੂਸ਼ਨ ਪਾਇਆ ਸੀ ਤੇ ਫਿਰ ਅਸੀਂ ਸਾਡੇ ਕਿਸਾਨ ਭਰਾ 1.25 ਸਾਲ ਬਾਰਡਰ ਤੇ ਬੈਠੇ ਰਹੇ। ਸਰਕਾਰ ਨੂੰ ਚਾਹੀਦਾ ਕਿ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ। ਸਰਕਾਰ ਇੱਕ ਸਾਰੀਆਂ ਪਾਰਟੀਆਂ ਦੇ 2-2 ਨੁਮਾਇੰਦਿਆਂ ਨਾਲ ਇੱਕ ਕਮੇਟੀ ਬਣਾਏ ਇਹੋ ਜਿਹੇ ਮਸਲਿਆਂ ਤੇ। ਉਹਦੇ ਵਿੱਚ ਬੀਜੇਪੀ, ਕਿਉਂਕਿ ਫਾਈਨਲੀ ਮਸਲਾ ਹੱਲ ਕਰਨ ਦੀ ਸਾਡੀ ਗੱਲ ਹੋਣੀ ਚਾਹੀਦੀ ਹੈ ਕਿ ਯੂਨੀਵਰਸਿਟੀ ਸਾਡੀ ਜਿਹੜੀ ਪੰਜਾਬ ਦੀ ਹੈ ਇਹਦਾ ਨਾਮ ਨਹੀਂ ਬਦਲਣਾ ਚਾਹੀਦਾ, ਇਹ ਪੰਜਾਬ ਯੂਨੀਵਰਸਿਟੀ ਹੋਣਾ ਚਾਹੀਦਾ, ਇਹ ਸਾਡੇ ਅੰਡਰ ਹੋਣੀ ਚਾਹੀਦੀ ਹੈ। ਜੋ ਰੇਸ਼ਮ ਚੱਲਦੀ ਸੀ ਉਲਟਾ 100% ਸਾਨੂੰ ਮਿਲਣਾ ਚਾਹੀਦਾ। ਇਹ ਕਮੇਟੀ ਬਣਾਏ ਤੇ ਅਸੀਂ ਸਾਰੀਆਂ ਪਾਰਟੀਆਂ ਦੇ ਲੋਕ, ਤਾਂ ਜੋ ਲੋਕਾਂ ਨੂੰ ਅੰਤਿਮ ਨਤੀਜੇ ਤੱਕ ਪਹੁੰਚੀਏ, ਜਾਈਏ, ਸੈਂਟਰ ਸਰਕਾਰ ਨੂੰ ਵੀ ਮਿਲੀਏ। ਬੀਜੇਪੀ ਦੇ ਲੋਕ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਤੇ ਚੱਲੀਏ ਉਹਨਾਂ ਨੂੰ ਲੈ ਕੇ ਚਾਹੀਏ, ਨਾਲੇ ਉਹਨਾਂ ਦਾ ਜਿਹੜਾ ਇਹ ਚਿਹਰਾ ਨੰਗਾ ਕਰੀਏ। ਸੋ ਇਸ ਤਰ੍ਹਾਂ ਦੇ ਨਾਲ ਇਵੇਂ ਜਿਹੜੀ ਚੰਡੀਗੜ੍ਹ ਪੰਜਾਬ ਦੇ ਲੋਕ ਚੰਡੀਗੜ੍ਹ ਮੰਗਦੇ ਨੇ, ਸਾਡਾ ਸਦੀਆਂ ਤੋਂ ਇਹ ਲੜਾਈ ਰਹੀ। ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਵੀ ਇਹ ਸਭ ਕੁਝ ਸੀਗਾ। ਪੰਜਾਬ ਦੇ ਲੋਕ ਚੰਡੀਗੜ੍ਹ ਤੇ ਆਪਦਾ ਹੱਕ ਸਮਝਦੇ ਨੇ ਔਰ ਹੈਗਾ ਸਾਡੀ ਸਰਜ਼ਮੀਨ ਹੈ। ਸੋ ਇਹਦੇ ਤੇ ਵੀ ਸਾਨੂੰ ਇਹੋ ਜਿਹੇ ਮੁੱਦਿਆਂ ਤੇ, ਕਿਉਂਕਿ ਜਿਹੜਾ ਪੰਜਾਬੀ ਹੈ ਉਹਨਾਂ ਨੂੰ ਸਾਰਿਆਂ ਨੂੰ ਸਾਨੂੰ ਇਹੋ ਜਿਹੇ ਮੁੱਦਿਆਂ ਤੇ ਇਕੱਠੇ ਹੋ ਕੇ ਸੈਂਟਰ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ। ਅਸੀਂ ਇਹ ਗੱਲ ਕਹੀਏ ਕਿ ਸਾਨੂੰ ਚੰਡੀਗੜ੍ਹ ਹੁਣ ਸਾਡੀ ਲੋੜ ਹੈ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਔਰ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਤੁਸੀਂ ਹਰਿਆਣਾ ਦੀ ਸਰਜ਼ਮੀਨ ਤੇ ਬਣਾਈ ਜਾਵੇ। ਸੋ ਇਹਨਾਂ ਮੁੱਦਿਆਂ ਨੂੰ ਗੰਭੀਰਤਾ ਦੇ ਨਾਲ ਵਿਚਾਰਨ ਦੀ ਲੋੜ ਹੈ ਔਰ ਮੈਂ ਨਿੰਦਾ ਕਰਦਾ ਮਾਨ ਸਾਹਿਬ ਨੇ ਤਾਂ ਇਹ ਕਹਿਤਾ ਵੀ ਸਾਨੂੰ ਵੱਖਰੀ ਜ਼ਮੀਨ ਦਿੱਤੀ ਜਾਵੇ। ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਕਿਰਪਾ ਕਰਕੇ ਉਸ ਸਾਹਿਬ ਦੇ ਬਿਆਨ ਨੂੰ ਵਾਪਸ ਲੈਂਦਿਆਂ ਹੋਇਆਂ ਤੁਸੀਂ ਬਈ ਅਕਾਲੀ ਦਲ ਦਾ ਤਾਂ ਮੋਰਚਾ ਜਿਹੜਾ ਉਹ ਸਾਰੇ ਮੋਰਚੇ ਤਾਂ ਉਰੇ ਫੇਲ ਹੋ ਗਏ। ਹੁਣ ਕਿਹੜਾ ਮੋਰਚਾ? ਅਕਾਲੀ ਦਲ ਦਾ ਕੋਈ ਮੋਰਚਾ ਚੱਲਣ ਨਹੀਂ ਤਿਆਰ ਨਹੀਂ। ਜਿੰਨਾ ਚਿਕਰ ਬਾਦਲ ਪਰਿਵਾਰ ਉਸ ਮੋਰਚੇ 'ਚ ਹੈ ਉਹਨਾਂ ਦਾ ਕੋਈ ਮੋਰਚਾ ਨਹੀਂ ਹੁਣ ਚੱਲਣ ਲਈ ਤਿਆਰ, ਕਿਉਂਕਿ ਸਾਰੇ ਮੋਰਚੇ ਤਾਂ ਉਹਨਾਂ ਨੇ ਖੁਦ ਸਾਰੇ ਪੰਜਾਬ ਦਾ ਜੋ ਹਾਲ ਕੀਤਾ ਅਕਾਲੀ ਦਲ ਨੇ ਉਹ ਦੁਨੀਆ ਜਾਣਦੀ ਹੈ। ਹੁਣ ਅਕਾਲੀ ਦਲ ਦੇ ਮੋਰਚੇ ਦਾ ਸਵਾਲ ਦੀਏ ਜਿਨ੍ਹਾਂ ਤੇ 2 ਬੰਦੇ ਆ, ਕੋਈ ਆਪ ਹੀ ਨਹੀਂ ਜਿੱਤ ਸਕਿਆ ਕੋਈ ਬੰਦਾ। ਸੋ ਕੋਈ ਮੋਰਚਾ, ਮੈਨੂੰ ਲੱਗਦਾ ਕਿ ਉਹਨਾਂ ਨੂੰ ਉਲਟਾ ਇਹ ਕਹਿਣਾ ਚਾਹੀਦਾ ਵੀ ਅਸੀਂ ਦੂਜਿਆਂ ਦੇ ਨਾਲ ਹੈ। ਹੁਣ ਅਕਾਲੀ ਦਲ ਦੇ ਮੋਰਚੇ ਦਾ ਕੋਈ ਸਾਥ ਦੇਣ ਦੀ ਲੋੜ ਨਹੀਂ। ਮੋਰਚਾ ਖੋਲਣ ਜਾ ਰਹੀ ਹੈ ਇਸ ਬਿਆਨ ਨੂੰ ਲੈ ਕੇ ਜਾਂ ਵਿਧਾਨ ਸਭਾ ਦੇ ਮੁੱਦੇ ਨੂੰ ਲੈ ਕੇ? ਕਿਹੜੇ ਬਿਆਨ ਨੂੰ ਲੈ ਕੇ? ਜਿਹੜੇ ਭਗਵੰਤ ਮਾਨ ਦਾ ਮੈਂ ਉਹ ਕਹਿ ਰਿਹਾ ਕਿ ਤੁਹਾਨੂੰ ਇਹ तमाम ਮੁੱਦਿਆਂ ਤੇ ਅੱਜ ਅਸੀਂ ਇਹਦੇ ਤੇ ਵੀ ਇੱਕ ਚਰਚਾ ਰੱਖੀ ਵੀ ਹੈ। ਇਹ ਲੜਾਈ ਲੜਾਂਗੇ ਬਿਲਕੁਲ। ਕਾਂਗਰਸ ਪਾਰਟੀ ਆਪਦੀ ਜੀ ਜਾਨ ਦੀ ਬਾਜੀ ਲਗਾ ਦੇਗੀ
ਲੇਕਿਨ ਜਿਹੜਾ ਚੰਡੀਗੜ੍ਹ ਦਾ ਆਪਦਾ ਹੱਕ ਨਹੀਂ ਛੱਡੇਗੀ ਔਰ ਚੰਡੀਗੜ੍ਹ ਦਾ ਹੱਕ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਰਹੇਗੀ ਔਰ ਅਸੀਂ ਲੜਾਈ ਲੜਾਂਗੇ ਚਾਹੇ ਸੜਕ ਤੇ ਲੜਨੀ ਪਵੇ ਚਾਹੇ ਕੁਝ ਵੀ ਕਰਨਾ ਪਵੇ ਉਹ ਲੜਾਂਗੇ।